ਪਹਿਲਾਂ ਵੀ ਸਰਕਾਰਾਂ ਨੇ ਬੜੇ ਕਾਨੂੰਨ ਲਾਗੂ ਕੀਤੇ ਹਨ। ਇੱਥੇ ਮੱਸੇ ਰੰਗੜ ਵਰਗੇ ਆਏ, ਉਹ ਵੀ ਚਲੇ ਗਏ, ਇਹ ਮੋਦੀ ਵੀ ਚਲਿਆ ਜਾਣਾ। ਇਹ 5 ਸਾਲ ਦੀ ਸਜ਼ਾ ਕਹਿੰਦਾ, ਸਾਨੂੰ 5 ਸਾਲ ਦੀ ਸਜ਼ਾ ਨਹੀਂ, 5 ਸਾਲ ਦਾ ਸਾਨੂੰ ਰੁਜ਼ਗਾਰ ਮਿਲੂਗਾ, ਕਿਉਂਕਿ ਰੋਟੀ ਮਿਲੂਗੀ ਸਾਨੂੰ ਜੇਲ੍ਹ 'ਚ। ਅਸੀਂ ਸਾਰਾ ਟੱਬਰ ਜਾਣ ਨੂੰ ਤਿਆਰ ਆ, ਅਸੀਂ ਰੋਟੀ ਰੋਜੀ ਪਿੱਛੇ ਫਿਰਦੇ ਆ। ਜਿਹੜੀ ਇਹ ਸਜ਼ਾ ਦੀ ਗੱਲ ਕਹਿੰਦਾ, ਸਾਨੂੰ ਤਾਂ ਬਿਨਾਂ ਫਾਂਸੀ ਦਿੱਤੇ ਅਸੀਂ ਤਾਂ ਰੋਜ਼ ਫਾਹੇ ਚੜ੍ਹਦੇ ਆ। ਕੀ ਸਜ਼ਾ ਲਾਊਗਾ ਮੋਦੀ ਸਾਨੂੰ? ਕੇਂਦਰ ਨੇ ਜੋ ਨਵਾਂ ਆਰਡੀਨੈਂਸ ਜਾਰੀ ਕਰਕੇ ਪਰਾਲੀ ਸਾੜਨ ਵਾਲੇ ਨੂੰ 1 ਕਰੋੜ ਦੇ ਜੁਰਮਾਨੇ ਦੀ ਤਜਵੀਜ਼ ਕੀਤੀ ਹੈ ਤੇ ਨਾਲ ਹੀ 5 ਸਾਲ ਦੀ ਸਜ਼ਾ ਦੀ ਗੱਲ ਵੀ ਕੀਤੀ ਹੈ। ਇਸ ਨੂੰ ਲੈ ਕੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ। ਕਿਸਾਨਾਂ ਨੇ ਕਿਹਾ ਹੈ ਕਿ ਪਰਾਲੀ ਦਾ ਹੱਲ ਕੋਈ ਨਹੀਂ, ਇਸ ਕਰਕੇ ਇਸ ਨੂੰ ਸਾੜਨਾ ਸਾਡੀ ਮਜਬੂਰੀ ਹੈ। ਉਹਨਾਂ ਨੇ ਕਿਹਾ ਕਿ ਚਾਹੇ ਮੋਦੀ ਸਰਕਾਰ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕੇ ਜਾਂ ਫਿਰ ਸਜ਼ਾ ਕਰੇ, ਅੱਗ ਲਾਉਣਾ ਉਹਨਾਂ ਦੀ ਮਜਬੂਰੀ ਬਣ ਚੁੱਕਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਅਜੇ ਕਿਸਾਨਾਂ ਦਾ ਮਸਲਾ ਜਿਹੜਾ ਹੈ ਹੱਲ ਨਹੀਂ ਹੋਇਆ। ਉੱਥੇ ਦੂਜੇ ਪਾਸੇ ਜਿਹੜਾ ਕੇਂਦਰ ਸਰਕਾਰ ਵੱਲੋਂ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ ਕਿ ਜੇਕਰ ਕੋਈ ਕਿਸਾਨ ਆਪਣੀ ਖੇਤਾਂ ਦੀ ਜਿਹੜੀ ਹੈ ਜ਼ਮੀਨ ਨੂੰ ਅੱਗ ਲਗਾਵੇਗਾ ਤਾਂ ਉਸ ਨੂੰ 1 ਕਰੋੜ ਰੁਪਇਆ ਤੇ ਜੁਰਮਾਨਾ ਵੀ ਵਸੂਲ ਕੀਤਾ ਜਾਵੇਗਾ। ਸਾਡੇ ਨਾਲ ਕਿਸਾਨ ਜਥੇਬੰਦੀਆਂ ਮੌਜੂਦ ਨੇ, ਕਿਸਾਨ ਮੌਜੂਦ ਨੇ। ਅਸੀਂ ਅੱਜ ਗਰਾਊਂਡ ਜ਼ੀਰੋ ਜਾਣੀ ਕਿ ਖੇਤਾਂ ਦੇ ਵਿੱਚ ਖੜੇ ਹਾਂ, ਗੱਲਬਾਤ ਕਰਦੇ ਹਾਂ ਕਿਸਾਨਾਂ ਦੇ ਨਾਲ ਹੀ, ਕਿਉਂਕਿ ਮਸਲਾ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ। ਬਾਈ ਜੀ, ਕੀ ਸਮਝਦੇ ਤੁਸੀਂ ਜਿਹੜਾ ਮੋਦੀ ਸਰਕਾਰ ਵੱਲੋਂ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਕੀ ਤੁਸੀਂ ਲਾਗੂ ਕਰੋਗੇ ਇਹਨੂੰ? ਅਸੀਂ ਜੀ, ਮੈਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪਾਰਟੀ ਜ਼ਿਲ੍ਹਾ ਪ੍ਰਧਾਨ ਬੋਲ ਰਹੇ ਹਾਂ। ਜੋ ਇਹ ਆਪਾਂ ਮੋਦੀ ਨੇ ਇਹ ਪਰਾਲੀ ਦੇ ਸੰਬੰਧ ਦੇ ਵਿੱਚ 1 ਕਰੋੜ ਰੁਪਏ ਦਾ ਜੁਰਮਾਨਾ ਕਿਸਾਨਾਂ ਨੂੰ ਰੱਖਿਆ, ਬਿਲਕੁਲ ਅਸੀਂ ਨਿੰਦਿਆ ਕਰਦੇ ਹਾਂ। ਬਿਲਕੁਲ 1 ਰੁਪਈਆ ਵੀ ਅਸੀਂ ਜੁਰਮਾਨਾ ਦੇਣ ਵਾਸਤੇ ਤਿਆਰ ਨਹੀਂ ਹੈਗੇ। ਜਿਹੜੇ ਸਾਡੇ ਜਥੇਬੰਦੀਆਂ ਨੇ, ਕਿਸਾਨ ਨੇ, ਪਹਿਲਾ ਆਰਡੀਨੈਂਸ ਬਿੱਲ ਇਹਨਾਂ ਨੇ ਲਾਗੂ ਕੀਤਾ, ਉਹਦੇ ਵਾਸਤੇ ਸੰਘਰਸ਼ ਚੱਲ ਰਿਹਾ। ਇਹਦੇ ਵੱਧ ਤੋਂ ਵੱਧ ਸੰਘਰਸ਼ ਕਰਾਂਗੇ। ਅਸੀਂ ਮੋਦੀ ਨੂੰ ਦੱਸਣਾ ਚਾਹੁੰਦੇ ਹਾਂ, ਜਿਹੜੇ ਕਾਲੇ ਕਾਨੂੰਨ ਇਹ ਕਿਸਾਨਾਂ ਤੇ ਫਟਾਫਟ ਤਿਆਰ ਕਰ ਰਿਹਾ ਹੈ। ਮੋਦੀ ਨੂੰ ਇਹ ਨਹੀਂ ਪਤਾ ਵੀ ਇਹ ਸਰਕਾਰ ਸਾਨੂੰ ਲੋਕਾਂ ਨੇ ਬਣਾਈ ਤੀ, ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਤੀਆਂ। ਇਹ ਕਹਿੰਦਾ ਹੈ ਵੀ ਮੈਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ, ਮੈਨੂੰ ਸਰਕਾਰ ਨਹੀਂ ਮੇਰੀ ਬਣਾਈ। ਇਹਨਾਂ ਦੇ ਜਿਹੜੇ ਬੀਜੇਪੀ ਦੇ ਮੰਤਰੀ ਨੇ ਬਾਰ-ਬਾਰ ਬਿਆਨ ਦਿੰਦੇ ਨੇ ਕਿਸਾਨਾਂ ਦੇ ਖਿਲਾਫ ਵੀ ਅਸੀਂ ਕਿਸਾਨਾਂ ਨੂੰ ਐਂ ਕਰ ਦਾਂਗੇ, ਫਲਾਣਾ ਕਰ ਦਾਂਗੇ। ਅਸੀਂ ਮੋਦੀ ਨੂੰ ਦੱਸਣਾ ਚਾਹੁੰਦੇ ਹਾਂ, ਜਿੰਨਾ ਇਹ ਤੋਂ ਜ਼ੋਰ ਲੱਗਦਾ ਲਾ ਸਕਦਾ ਹੈ। ਜਿਹੜੇ ਇਹ ਜੁਰਮਾਨੇ ਕਿਸਾਨਾਂ ਤੇ ਲਾ ਰਿਹਾ ਹੈ, ਪਰਾਲੀ ਨੂੰ ਅਸੀਂ ਅੱਗ ਇਸ ਤਰ੍ਹਾਂ ਲਾਵਾਂਗੇ। ਸਾਡਾ ਕੋਈ ਮਸਲਾ ਹੱਲ ਨਹੀਂ ਹੈਗਾ ਜੇ ਅਸੀਂ ਨਾ ਪਰਾਲੀ ਨੂੰ ਅੱਗ ਲਾਈਏ। ਜਾਂ ਸਾਨੂੰ ਪਹਿਲਾਂ ਸਰਕਾਰ ਨੇ ਜਿੰਨੇ ਸਾਨੂੰ ਇਹਨਾਂ ਨੂੰ ਪੈਸੇ ਰੱਖੇ ਤੇ ਤਾਂ ਕਿਸਾਨਾਂ ਨੂੰ ਇਹ ਪੈਸੇ ਦੇਵੇ। ਜਿਸ ਤਰ੍ਹਾਂ ਏਕੜ ਦੇ ਹਿਸਾਬ ਨਾਲ 2500 ਰੁਪਇਆ ਦੇਣ ਲੱਗੇ ਤੇ ਉਹ ਵੀ ਸਰਕਾਰ ਨੇ ਬੰਦ ਕਰ ਲਏ। ਉਹਦੇ ਖਿਲਾਫ ਦੇ ਵਿੱਚ ਅਸੀਂ ਵੀ ਇਹ ਕਹਿੰਦੇ ਹਾਂ ਵੀ ਭਾਈ ਕਿਸਾਨਾਂ ਨੂੰ ਪੈਸੇ ਦਿੱਤੇ ਜਾਣ, ਫਿਰ ਕਿਸਾਨਾਂ ਦਾ ਮਸਲਾ ਹੱਲ ਹੋ ਸਕਦਾ। ਨਾ ਇਹਨਾਂ ਨੇ ਮਸ਼ੀਨਰੀ ਦਿੱਤੀ ਕਿਸਾਨਾਂ ਨੂੰ ਕੋਈ ਮਸ਼ੀਨਰੀ ਨਹੀਂ ਦਿੱਤੀ। ਕਿਸਾਨ ਬੜੇ ਦੁਖੀ ਹਨ। ਆਹ ਜਿਹੜਾ ਇਹਨਾਂ ਨਵੇਂ ਹੋਰ ਕਾਨੂੰਨ ਤੋੜ ਦਿੱਤਾ, ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ, ਪੰਜਾਬ ਸਰਕਾਰ ਨੂੰ ਵੀ, ਸੈਂਟਰ ਸਰਕਾਰ ਨੂੰ ਵੀ, ਜਿੰਨਾ ਇਹਨਾਂ ਨੇ ਜ਼ੋਰ ਲਾਉਣਾ ਲਾ ਸਕਦੇ ਨੇ। ਕਿਸਾਨ ਜ਼ਮੀਨ ਪਿੱਛੇ ਮਰ ਜਾਂਦੇ ਹਨ। ਨਾ ਕਿਸਾਨ ਜ਼ਮੀਨ ਦੇ ਵਿੱਚ ਵੜਨ ਦੇਣਗੇ, ਨਾ ਇੱਥੇ ਤੱਕ ਪੰਜਾਬ ਤੱਕ ਅਸੀਂ ਆਉਣ ਦੇਵਾਂਗੇ। ਬੜੇ ਕਾਨੂੰਨ ਸਰਕਾਰ ਨੇ ਪਹਿਲਾਂ ਵੀ ਸਰਕਾਰਾਂ ਨੇ ਬੜੇ ਕਾਨੂੰਨ ਲਾਗੂ ਕੀਤੇ ਹਨ। ਇੱਥੇ ਮੱਸੇ ਰੰਗੜ ਵਰਗੇ ਆਏ, ਉਹ ਵੀ ਚਲੇ ਗਏ, ਇਹ ਮੋਦੀ ਵੀ ਚਲਿਆ ਜਾਣਾ। ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਅਸੀਂ ਮੋਦੀ ਨੂੰ ਦੱਸਣਾ ਚਾਹੁੰਦੇ ਹਾਂ, ਜਿਹੜਾ ਕਾਲਾ ਕਾਨੂੰਨ ਕਰਦਾ ਇਹ ਲਾਗੂ ਲਾ ਰਿਹਾ, ਇਹਨੂੰ ਛੇਤੀ ਤੋਂ ਛੇਤੀ ਵਾਪਸ ਲਵੇ। ਨਹੀਂ ਆਉਣ ਵਾਲੇ 25-26 ਤਰੀਕ ਨੂੰ ਕਿਸਾਨ ਦਿੱਲੀ ਦੇ ਵਿੱਚ ਪਹੁੰਚ ਰਹੇ ਹਨ। ਕੀ ਲੱਗਦਾ ਜੀ ਤੁਹਾਨੂੰ ਜੀ, ਨਾ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਜਦੋਂ ਕਿਸਾਨ ਆਪਣੀ ਜਿਹੜੀ ਜ਼ਮੀਨ ਨੂੰ ਅੱਗ ਲਗਾਉਂਦਾ ਜਾਂ ਪਰਾਲੀ ਨੂੰ ਅੱਗ ਲਗਾਉਂਦਾ ਤਾਂ ਉਹ ਦਿੱਲੀ ਤੱਕ ਕਹਿੰਦਾ ਧੂੰਆਂ ਜਾਂਦਾ ਹੈ, ਵੀ ਉਹਨਾਂ ਬਿਮਾਰੀਆਂ ਫੈਲਦੀਆਂ ਨੇ। ਕੀ ਸਮਝਦੇ ਹੋ ਵੀ ਕਿਸਾਨ ਜਿਹੜਾ ਇੱਕ ਅੱਗ ਲਗਾਉਣ ਲਈ ਇੰਨਾ ਮਜਬੂਰ ਹੈ ਕਿ ਤੁਹਾਨੂੰ ਲੱਗਦਾ ਅੱਗ ਲਗਾਉਣ ਤੋਂ ਬਗੈਰ ਕੋਈ ਹੱਲ ਹੀ ਨਹੀਂ ਆਇਆ? ਕੋਈ ਹੱਲ ਨਹੀਂ ਜੀ। ਪਿਛਲੀ ਵਾਰ ਅਸੀਂ 9000 ਏਕੜ ਦੇ ਵਿੱਚ ਖੇਤੀਬਾੜੀ ਦੇ ਅਨੁਸਾਰ ਆਪਣਾ ਕਣਕ ਬੀਜੀ ਸੀਗੀ, ਉਹਦੇ ਵਿੱਚ ਪੀਲੀ ਸੁੰਡੀ ਪਈ। ਐਗਰੀਕਲਚਰ ਦਾ ਮਹਿਕਮਾ, ਖੇਤੀਬਾੜੀ ਡਾਕਟਰ ਹੱਥ ਖੜੇ ਕਰ ਗਏ ਵੀ ਇਹਦਾ ਕੋਈ ਇਲਾਜ ਨਹੀਂ, ਇਹਨੂੰ ਦੁਬਾਰੇ ਬੀਜ ਦਿਓ। ਕੀ ਇਹ ਪ੍ਰੋਸੀਜਰ ਹੈ ਵੀ ਸਾਡੀ ਫਸਲ ਖਰਾਬ ਹੋ ਜਾਏ ਉਹਨੂੰ ਵਾਹ ਕੇ ਦੁਬਾਰੇ ਬੀਜ ਦਿਓ? ਇਹ ਸਾਡੀ ਮਜਬੂਰੀ ਹੈ। ਜਿਹੜਾ ਇਹ ਕਹਿੰਦੇ ਨੇ ਵੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੈ, ਅੱਜ ਟੈਸਟ ਕਰਾ ਲਓ। ਦਿੱਲੀ ਨਾਲੋਂ ਪੰਜਾਬ ਦੇ ਵਿੱਚ ਅੱਗ ਲੱਗਦੀ ਹੈ। ਪੰਜਾਬ ਦੇ ਵਿੱਚ ਪ੍ਰਦੂਸ਼ਣ ਪਹਿਲਾਂ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਦਿੱਲੀ ਨਾਲੋਂ 1% ਪ੍ਰਦੂਸ਼ਣ ਹੈ। ਟ੍ਰਿਬਿਊਨਲ ਕਹਿੰਦਾ ਹੈ ਵੀ ਖੇਤੀਬਾੜੀ ਦੇ ਨਾਲ ਸਾਲ ਦੇ ਵਿੱਚ 7% ਪ੍ਰਦੂਸ਼ਣ ਫੈਲਦਾ। ਇਹ ਸਾਲ 'ਚ ਇੱਕ ਵਾਰੀ ਅਸੀਂ ਅੱਗ ਲਾਉਂਦੇ ਹਾਂ ਤੇ 93% ਪ੍ਰਦੂਸ਼ਣ ਕਿਹਦੇ ਨਾਲ ਫੈਲਦਾ? ਜਿਹੜੀਆਂ ਫੈਕਟਰੀਆਂ ਨੇ, ਜਿਹੜੀਆਂ ਪ੍ਰਾਈਵੇਟ ਬੱਸਾਂ ਨੇ, ਜਿਹੜੀਆਂ ਹੋਰ ਆਪਣੇ ਪ੍ਰਦੂਸ਼ਣ ਵਾਲਾ ਪਾਣੀ ਜਿਹੜਾ ਜ਼ਹਿਰਾਂ ਵਿੱਚ ਪੈ ਰਿਹਾ, ਪੋਲੀਥੀਨ ਦੇ ਜਿਹੜੇ ਲਿਫਾਫੇ ਫੂਕੇ ਜਾ ਰਹੇ ਨੇ, ਉਹ ਪ੍ਰਦੂਸ਼ਣ ਦੇ ਨਾਲ
ਇਹਦਾ ਕੀ ਕਿੰਨਾ ਕੁ ਫਰਕ ਹੈ, ਇਹ ਡਿਫਰੈਂਸ ਕੱਢ ਲੈਣ। ਸਾਡਾ ਪ੍ਰਦੂਸ਼ਣ ਸਾਲ ਦੇ ਵਿੱਚ 1 ਮਹੀਨੇ ਦੇ ਵਿੱਚ 7 ਦਿਨ ਅਸੀਂ ਲਾਉਣੇ ਆ, ਸਾਲ ਦੇ ਵਿੱਚ 7-8 ਦਿਨ, ਉਹਦੇ ਨਾਲ 7% ਪ੍ਰਦੂਸ਼ਣ ਫੈਲਦਾ 7 ਦਿਨਾਂ ਵਾਸਤੇ। ਬਾਕੀ ਪ੍ਰਦੂਸ਼ਣ ਕਿੱਥੋਂ ਆਉਂਦਾ, ਉਹਨਾਂ ਵਾਸਤੇ ਕੀ ਜੁਰਮਾਨੇ ਕਰਦੇ? ਉਸ ਕਿਸਾਨਾਂ ਨੂੰ ਟਾਰਗੇਟ ਬਣਾਇਆ ਗਿਆ, ਇੰਨੀਆਂ ਇੰਡਸਟਰੀਆਂ ਨੇ, ਇੰਨੀਆਂ ਫੈਕਟਰੀਆਂ ਚੱਲਦੀਆਂ ਨੇ ਕਿ ਉੱਥੇ ਪ੍ਰਦੂਸ਼ਣ ਨਹੀਂ ਹੁੰਦਾ, ਕਿ ਹਰ ਵਾਰ ਜਿਹੜਾ ਕਿਸਾਨਾਂ ਦੇ ਉੱਪਰ ਜਿਹੜਾ ਗਾਜ ਗੇਰੀ ਜਾਂਦੀ ਹੈ। ਕਿਉਂਕਿ ਕਿਸਾਨਾਂ ਦੇ ਖਿਲਾਫ ਜਿਹੜੇ ਇਹ ਕਾਲੇ ਕਾਨੂੰਨ ਬਣਾ ਰਿਹਾ ਹੈ, ਇਹਨੂੰ ਦਬਾਉਣ ਦੇ ਵਾਸਤੇ ਇਹਨਾਂ ਨੇ ਕਿਸਾਨੀ ਨੂੰ ਟਾਰਗੇਟ ਬਣਾਇਆ ਹੈ, ਜਿਹੜਾ 1 ਕਰੋੜ ਦਾ ਜੁਰਮਾਨਾ ਲਾਇਆ ਹੈ। ਜੇ ਸਾਡੇ ਕੋਲ ਕਰੋੜਾਂ ਰੁਪਏ ਹੋਣ, ਅਸੀਂ ਕਿਉਂ ਪ੍ਰਦੂਸ਼ਣ ਬਣਾਈਏ, ਕਿਉਂ ਅਸੀਂ ਫਸਲ ਬੀਜੀਏ, ਅਸੀਂ ਵੀ ਕੋਠੀਆਂ ਕਾਰਾਂ ਦੇ ਵਿੱਚ ਬੈਠੀਏ। ਤੇ ਪਹਿਲਾਂ ਇਹ ਵਿਜੇ ਮਾਲੀਆ ਤੋਂ ਤਾਂ ਲੈ 1400 ਕਰੋੜ ਰੁਪਈਆ, ਤੇ ਜਿਹੜਾ ਆਹ ਰਵੀ ਸ਼ੰਕਰ ਨੇ ਪ੍ਰਦੂਸ਼ਣ ਬਣਾਇਆ ਸੀ ਗੰਗਾ ਦੇ ਕੰਢੇ ਤੇ, ਉਹਨੂੰ 50 ਲੱਖ ਦਾ ਜੁਰਮਾਨਾ ਕੀਤਾ, ਉਹ ਵਸੂਲ ਕਰ ਲੇ। ਸਾਤੋਂ ਕੀ ਵਸੂਲ ਕਰੂਗਾ? ਇਹ 5 ਸਾਲ ਦੀ ਸਜ਼ਾ ਕਹਿੰਦਾ, ਸਾਨੂੰ 5 ਸਾਲ ਦੀ ਸਜ਼ਾ ਨਹੀਂ, 5 ਸਾਲ ਦਾ ਸਾਨੂੰ ਰੁਜ਼ਗਾਰ ਮਿਲੂਗਾ, ਕਿਉਂਕਿ ਰੋਟੀ ਮਿਲੂਗੀ ਸਾਨੂੰ ਜੇਲ੍ਹ 'ਚ। ਅਸੀਂ ਸਾਰਾ ਟੱਬਰ ਜਾਣ ਨੂੰ ਤਿਆਰ ਆ, ਅਸੀਂ ਰੋਟੀ ਰੋਜੀ ਪਿੱਛੇ ਫਿਰਦੇ ਹਾਂ। ਜਿਹੜੀ ਇਹ ਸਜ਼ਾ ਦੀ ਗੱਲ ਕਹਿੰਦਾ, ਸਾਨੂੰ ਤਾਂ ਬਿਨਾਂ ਫਾਂਸੀ ਦਿੱਤੇ ਅਸੀਂ ਤਾਂ ਰੋਜ਼ ਫਾਹੇ ਚੜ੍ਹਦੇ ਹਾਂ। ਕੀ ਸਜ਼ਾ ਲਾਊਗਾ ਮੋਦੀ ਸਾਨੂੰ? ਹੈ ਐਦੋਂ ਵੱਡੀ ਸਜ਼ਾ ਕੀ ਆ? ਸਾਨੂੰ ਬਿਨਾਂ ਸਜ਼ਾ ਤੋਂ ਅਸੀਂ ਰੋਜ਼ ਫਾਂਸੀ ਤੇ ਚੜ੍ਹ ਰਹੇ ਹਾਂ। ਅਸੀਂ ਮਰਨ ਤੋਂ ਨਹੀਂ ਡਰਦੇ, ਜੇਲ੍ਹਾਂ 'ਚ ਜਾਣ ਤੋਂ ਨਹੀਂ ਡਰਦੇ। ਜੇਲ੍ਹਾਂ ਤਾਂ ਸਾਡੇ ਵਾਸਤੇ ਇੱਕ ਰੁਜ਼ਗਾਰ ਨੇ। 5 ਸਾਲ ਦੀ ਬਜਾਏ ਅਸੀਂ 10 ਸਾਲ ਨੂੰ ਜਾਣ ਨੂੰ ਤਿਆਰ ਹਾਂ। ਸਾਰਾ ਟੱਬਰ ਸਾਨੂੰ ਜੇਲ੍ਹਾਂ 'ਚ ਲੈ ਕੇ ਅਸੀਂ ਰੋਟੀ ਖਾਣੀ ਹੈ, ਅਸੀਂ ਇਹ ਤੋਂ ਨਹੀਂ ਡਰਦੇ। ਜੇ ਕਿਤੇ ਕਰੋੜ ਦੀ ਗੱਲ ਹੈ ਤਾਂ ਫਿਰ ਸਾਤੋਂ ਇਹ ਵਸੂਲ ਕੇ ਦਿਖਾਵੇ 1 ਰੁਪਈਆ ਵੀ। ਜਿੰਨਾ ਮਰਜ਼ੀ ਅਸੀਂ ਅੱਗ ਲਾਵਾਂਗੇ, ਸਾਡੀ ਮਜਬੂਰੀ ਹੈ, ਸਾਡੀ ਬਿਲਕੁਲ ਮਜਬੂਰੀ ਹੈ। ਜਾਂ ਸਾਨੂੰ ਇਹਦਾ ਬਦਲ ਲੱਭੇ। ਖੇਤੀਬਾੜੀ ਮੰਤਰੀ ਸਾਡਾ ਪੰਜਾਬ ਦਾ ਹੱਥ ਖੜੇ ਕਰ ਗਿਆ, ਸਾਨੂੰ ਕੋਈ ਸੀਡਰ ਨਹੀਂ ਦਿੰਦਾ, ਕੋਈ ਮਸ਼ੀਨਰੀ ਨਹੀਂ ਦਿੱਤੀ। ਅਸੀਂ ਕਿਹਾ ਵੀ 200 ਪ੍ਰਤੀ ਕੁਇੰਟਲ ਜੀਰੀ ਦੇ ਉੱਤੇ ਸਾਨੂੰ ਬੋਨਸ ਦੇ ਦਿਓ। ਸਾਡਾ ਜਿਹੜਾ ਫਾਲਤੂ ਖਰਚਾ ਹੈ ਅਸੀਂ ਉਹ ਸਾਡਾ ਕਵਰ ਕਰ ਲਈਏ। ਸਾਨੂੰ ਕਹਿੰਦੇ ਨੇ ਰੂਟਾਵੀਟਰ ਜਾਂ ਮਹਿੰਗੀਆਂ ਮਸ਼ੀਨਾਂ 2.5 ਲੱਖ ਦੀ ਇੱਕ ਮਸ਼ੀਨ ਆਉਂਦੀ ਹੈ, ਜਿਹਨੂੰ 8 ਲੱਖ ਤੋਂ ਘੱਟ ਟਰੈਕਟਰ ਨਹੀਂ, ਛੋਟਾ ਟਰੈਕਟਰ ਨਹੀਂ ਵਾਹ ਸਕਦਾ, ਖਿੱਚ ਸਕਦਾ। ਪਹਿਲਾਂ 10 ਲੱਖ ਰੁਪਈਆ ਚਾੜ ਕੇ 2-2.5 ਏਕੜ ਦਾ ਕਿਸਾਨ ਰਹਿ ਗਿਆ। 80% ਪੰਜਾਬ ਦੇ ਵਿੱਚ 5 ਏਕੜ ਤੋਂ ਥੱਲੇ ਹੈ। ਪਹਿਲਾਂ 10-12 ਲੱਖ ਰੁਪਈਆ ਜੇਬ 'ਚੋਂ ਲਾਵੇ ਫਿਰ ਖੇਤੀ ਕਰੇ। ਸਾਨੂੰ ਤਾਂ 10 ਲੱਖ ਦਾ ਵਿਆਜ ਮਾਰ ਕੇ ਬੈਠ ਜੂ। ਸਾਨੂੰ ਜਿਹੜੀ ਖੇਤੀ ਹੈ ਇਹ ਲਾਹੇਵੰਦ ਧੰਦਾ ਨਹੀਂ ਹੈ, ਸਾਡੀ ਗੱਲ ਦੇ ਵਿੱਚ ਫੰਦਾ ਹੈ। ਸਾਡੇ ਉੱਤੇ ਇਹ ਜਿਹੜਾ ਕਾਲੇ ਕਾਨੂੰਨ ਬਣਾ ਕੇ ਸਾਡੀ ਮੌਤ ਦੇ ਵਾਰੰਟ ਕੱਢ ਰਿਹਾ, ਇਹਨੂੰ ਅਸੀਂ ਮੂੰਹ ਤੋੜਵਾਂ ਜਵਾਬ ਦੇਵਾਂਗੇ। ਇਹਦਾ ਪਿੱਛੇ ਅਸੀਂ ਕਿਸੇ ਵੀ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਇਹ ਆਵਾਜ਼ ਸਾਡੀ ਦਬਾ ਨਹੀਂ ਸਕਦਾ ਮੋਦੀ। ਇਹ ਬਿਲਕੁਲ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਕਿਹਾ, ਕਿਸਾਨਾਂ ਨੇ ਕਿਹਾ ਕਿ ਜਿਹੜਾ ਮੋਦੀ ਸਰਕਾਰ ਹੈ ਸਾਡੀ ਜਿਹੜੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਕਿਸੇ ਕਿਸਮ ਤੋਂ ਜਿਹੜੀ ਹੈ ਦਬਾਉਣ ਦੀ ਜਿਹੜੀ ਅਸੀਂ ਹੈ ਨਹੀਂ ਆ ਕਬੂਲ ਕਰਾਂਗੇ। ਸਾਡੇ ਨਾਲ ਕੁਝ ਹੋਰ ਕਿਸਾਨ ਵੀ ਮੌਜੂਦ ਨੇ। ਕੀ ਸਮਝਦੇ ਹੋ ਸੀ ਜਿਹੜਾ ਫਰਮਾਨ ਲਗਾਤਾਰ ਜਾਰੀ ਹੈ, ਜਿਸ ਤਰ੍ਹਾਂ ਲਗਾਤਾਰ ਕਿਸਾਨ ਜਥੇਬੰਦੀਆਂ ਧਰਨਾ ਦਾ ਪ੍ਰਦਰਸ਼ਨ ਵੀ ਕਰ ਰਹੀਆਂ ਨੇ, ਪਰ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਜਿਹੜਾ ਕੋਈ ਰਵੱਈਆ ਉਹਨਾਂ ਦਾ ਸਹੀ ਨਹੀਂ ਅਪਣਾਇਆ ਜਾ ਰਿਹਾ ਕਿ ਤੁਸੀਂ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਹੋ। ਹੁਣ ਜਿਹੜਾ ਧਰਨਾ ਪ੍ਰਦਰਸ਼ਨ ਹੈ ਹੌਲੀ ਹੌਲੀ ਤੁਹਾਡਾ ਵੀ ਜਿਹੜਾ ਧਰਨਾ ਪ੍ਰਦਰਸ਼ਨ ਡਾਊਨ ਹੁੰਦਾ ਜਾ ਰਿਹਾ ਹੈ, ਤੁਹਾਡੇ ਜਿਹੜੇ ਨੁਮਾਇੰਦੇ ਨੇ ਉਹ ਘਟਦੇ ਜਾ ਰਹੇ ਨੇ। ਕੀ ਲੱਗਦਾ ਤੁਸੀਂ ਜਿੱਤ ਪ੍ਰਾਪਤ ਕਰ ਸਕੋਗੇ? ਦੇਖੋ ਜੀ, ਨੁਮਾਇੰਦੇ ਨਹੀਂ ਘਟ ਰਹੇ ਜੀ। ਇਹ ਜਿਹੜਾ ਸੀਜ਼ਨ ਹੈ ਬਹੁਤ ਔਖਾ ਜ਼ਿਮੀਂਦਾਰਾਂ ਵਾਸਤੇ। ਇਹਨੂੰ ਭੇਦ ਸੀ ਵੀ ਆਹ ਸੀਜ਼ਨ ਜ਼ਿਮੀਂਦਾਰਾਂ ਵਾਸਤੇ ਬਹੁਤ ਔਖਾ ਹੈ, ਕਿਉਂਕਿ ਇਸ ਸੀਜ਼ਨ ਦੇ ਵਿੱਚ ਇਹਨੇ ਜੀਰੀ ਕੱਟਣੀ ਵੀ ਹੁੰਦੀ ਹੈ, ਸਾਂਭਣੀ ਵੀ ਹੁੰਦੀ ਹੈ, ਅਤੇ ਹਾੜੀ ਵਾਲੀ ਫਸਲ ਦੀ ਬਿਜਾਈ ਵੀ ਕਰਨੀ ਹੁੰਦੀ ਹੈ। ਹਾੜੀ ਦਾ ਸੀਜ਼ਨ ਥੋੜ੍ਹਾ ਘੱਟ ਹੁੰਦਾ, ਕਣਕ ਕੱਟਣ ਤੋਂ ਬਾਅਦ ਉਹਨੂੰ ਜੀਰੀ ਲਾਉਣ 'ਚ ਵਕਫਾ ਮਿਲ ਜਾਂਦਾ। ਵੀ ਇਹਨੂੰ ਪਤਾ ਸੀ ਵੀ ਉਸ ਟਾਈਮ ਤਾਂ ਇਹ ਮੇਰਾ ਵਿਰੋਧ ਬਹੁਤ ਜ਼ਿਆਦਾ ਹੋਊਗਾ, ਇਸ ਟਾਈਮ ਇਹਨਾਂ ਕੋਲ ਸਮਾਂ ਨਹੀਂ ਹੋਣਾ, ਇਸ ਕਰਕੇ ਮੈਂ ਇੰਨਾ ਵਿਰੋਧ ਨਹੀਂ ਕਰ ਰਿਹਾ। ਬਾਕੀ ਕਿਸਾਨ ਯੂਨੀਅਨਾਂ ਦਾ ਜਿੰਨਾ ਏਕਾ ਇਸ ਟਾਈਮ ਹੋਇਆ ਹੈ, ਅਤੇ ਬਾਕੀ ਹੋਰ ਸਭ ਯੂਨੀਅਨਾਂ ਦਾ, ਹੋਰ ਜਿੰਨਾ ਟ੍ਰੇਡ ਯੂਨੀਅਨਾਂ ਦਾ ਜਿੰਨਾ ਵੀ ਸਾਥ ਮਿਲ ਰਿਹਾ, ਇਸ ਤੋਂ ਪਹਿਲਾਂ ਕਿਸੇ ਕਿਸਾਨ ਯੂਨੀਅਨ ਨੂੰ ਮਿਲਿਆ ਨਹੀਂ। ਤੇ ਬਾਕੀ ਦੂਜੀਆਂ ਸਟੇਟਾਂ 'ਚ ਜਿਹੜਾ ਦੂਜੀਆਂ ਜਥੇਬੰਦੀਆਂ ਨੇ ਇਹਨਾਂ ਨਾਲ ਸੰਪਰਕ ਕਰਕੇ ਘੋਲ ਮੱਠਾ ਨਹੀਂ ਪਾਊਗਾ, ਘੋਲ ਤੇਜ਼ ਹੋਊਗਾ। ਆਉਣ ਵਾਲੇ ਸਮੇਂ 'ਚ ਇਹਦਾ ਕੁਝ ਰੂਪ ਰੇਖਾ ਹੋਰ ਹੋਵੇਗੀ। ਸੋ ਬਿਲਕੁਲ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਰੂਪ ਰੇਖਾ ਕੁਝ ਹੋਰ ਹੋਊਗੀ। ਤੁਸੀਂ ਦੇਖ ਸਕਦੇ ਹੋ ਨੌਜਵਾਨ ਵੀ ਜਿਹੜਾ ਖਾਸ ਤੌਰ ਤੇ ਅੱਜ ਜਿਹੜਾ ਖਾਸ ਤੌਰ ਤੇ ਜਿਹੜਾ ਮੁੱਦਾ ਛਿੜਿਆ ਹੈ ਕਿਸਾਨੀ ਲੈ ਕੇ, ਉਹ ਵੀ ਜਿਹੜਾ ਅੱਜ ਸਾਥ ਦੇ ਰਹੇ ਨੇ। ਸਾਡੇ ਨਾਲ ਕੁਝ ਹੋਰ ਕਿਸਾਨ ਵੀ ਮੌਜੂਦ ਨੇ। ਕੀ ਸਮਝਦੇ ਹੋ ਤੁਸੀਂ ਲਗਾਤਾਰ ਜਿਹੜਾ ਪ੍ਰਦੂਸ਼ਣ ਦੇ ਉੱਪਰ ਜਿਹੜੀ ਸਿਆਸਤ ਕੀਤੀ ਜਾ ਰਹੀ ਹੈ? ਹਰ ਵਾਰ ਜਿਹੜਾ ਕੇਂਦਰ ਸਰਕਾਰ ਵੱਲੋਂ ਕਿਹਾ ਜਾਂਦਾ ਵੀ ਸਾਡਾ ਧੂੰਆਂ ਜਿਹੜਾ ਦਿੱਲੀ ਤੱਕ ਜਾਂਦਾ ਹੈ, ਫਿਰ ਉਸ ਤੋਂ ਬਾਅਦ ਪੰਜਾਬ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ। ਪੰਜਾਬ ਸਰਕਾਰ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਸੂਬਾ ਸਰਕਾਰ ਹੁੰਦੀ ਜਿਹੜੀ ਉਹਨਾਂ ਦਾ ਫਰਜ਼ ਬਣਦਾ ਵੀ ਕਿਸਾਨ ਨੂੰ ਲੈ ਕੇ ਕੋਈ ਹੱਲ ਕੱਢਿਆ ਜਾਵੇ? ਹਰ ਵਾਰ ਸਿਆਸਤ ਕੀਤੀ ਜਾਂਦੀ ਹੈ, ਹਰ ਵਾਰ ਕਿਸਾਨਾਂ ਦੇ ਪਰਚੇ ਹੁੰਦੇ ਨੇ, ਹਰ ਵਾਰ ਇਸੇ ਮੁੱਦੇ ਤੇ ਜਿਹੜੀ ਹੈ ਸਿਆਸਤ ਕੀਤੀ ਜਾਂਦੀ ਹੈ। ਫਿਰ ਸਿਆਸਤ ਤੋਂ ਬਾਅਦ ਜਿਹੜੇ ਇਲੈਕਸ਼ਨ ਹੁੰਦੇ ਨੇ, ਇਲੈਕਸ਼ਨ 'ਚ ਜਿਹੜਾ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਫਿਰ ਦੁਬਾਰਾ ਵੋਟ ਪਾ ਕੇ ਜਿਤਾ ਦਿੰਦੀਆਂ ਨੇ, ਪਰ ਹੱਲ ਫਿਰ ਵੀ ਕੋਈ ਨਹੀਂ ਨਿਕਲਦਾ। ਹੁਣ ਕੀ ਸਮਝਦੇ ਹੋ ਵੀ ਕਿਸਾਨ ਜਥੇਬੰਦੀਆਂ ਕੋਲ ਕੋਈ ਹੱਲ ਹੈ ਜਾਂ ਫਿਰ ਕਰੋੜ ਰੁਪਇਆ ਦੇਣ ਨੂੰ ਤਿਆਰ ਨੇ? ਗੱਲ ਇਹ ਹੈ ਜੀ, 70 ਸਾਲ ਤੋਂ ਲਤਾੜੇ ਹੋਇਆ ਕਿਸਾਨ, ਮਜ਼ਦੂਰ, ਆਮ ਬੰਦਾ ਜਿਹੜਾ ਅੱਜ ਉੱਠ ਚੁੱਕਾ ਆ। ਇੱਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਆ। ਜਿਹੜੀ ਗੱਲ ਸੈਂਟਰ ਸਰਕਾਰ ਨੇ ਅੱਜ ਕਰੋੜ ਰੁਪਏ ਜੁਰਮਾਨੇ ਦੀ ਕੀਤੀ ਆ, ਠੀਕ ਆ,
ਕੋਈ ਕਿਸਾਨ ਜਥੇਬੰਦੀ ਜਾਂ ਆਮ ਬੰਦਾ ਕੋਈ ਵੀ ਨਹੀਂ ਚਾਹੁੰਦਾ ਅੱਗ ਲਾਉਣਾ, ਉਹਨਾਂ ਦੀ ਮਜਬੂਰੀਆਂ ਨੇ। ਗਰਾਊਂਡ ਲੈਵਲ ਤੇ ਆ ਕੇ ਕੋਈ ਬੰਦਾ ਵੇਖ ਸਕਦਾ ਵਾ। ਜਿੰਨੇ ਵੀ ਸਾਡੇ ਹੁਣ ਤੱਕ ਜਿੱਦਾਂ ਹਰੀ ਕ੍ਰਾਂਤੀ ਆਈ, ਹਰੀ ਕ੍ਰਾਂਤੀ ਨਾਂ ਤੇ ਕਿਸਾਨ ਦੇ ਪੱਲੇ ਤਾਂ ਕੁਝ ਨਹੀਂ ਪਿਆ। ਬਣੇ ਕੌਣ ਜੀ? ਪੈਸਟੀਸਾਈਡ ਵਾਲੇ, ਇੰਡਸਟਰੀਲਿਸਟ, ਜਿਹਨੇ ਟਰੈਕਟਰਾਂ ਵਾਲੇ, ਕੰਬਾਈਨਾਂ ਵਾਲੇ ਬਣੇ, ਤੇ ਕਿਸਾਨ ਤਾਂ ਵਿਚਾਰਾ ਲੋਹਾ ਹੀ ਨਹੀਂ ਪੂਰਾ ਹੁੰਦਾ। ਕਿਸਾਨ ਤਾਂ ਕਰਜ਼ੇ 'ਚ ਜੰਮਦਾ, ਕਰਜ਼ੇ 'ਚ ਹੀ ਮਰ ਜਾਂਦਾ। ਜਿਹੜਾ ਇਹਨਾਂ ਨੇ ਕਰੋੜ ਰੁਪਏ ਦੀ ਜੁਰਮਾਨੇ ਦੀ ਗੱਲ ਕੀਤੀ ਆ, ਇਹਦੀ ਟਾਈਮਿੰਗ ਤੇ ਸਾਨੂੰ ਜ਼ਰੂਰ ਦੁੱਖ ਆਉਂਦਾ, ਅਫਸੋਸ ਆਉਂਦਾ। ਕਾਰਨ ਕੀ ਆ? ਜਿੰਨਾ ਤੇਜ਼ੀ ਨਾਲ ਪੰਜਾਬ ਸੰਘਰਸ਼ ਵੱਧ ਰਿਹਾ ਵਾ, ਸਾਰਾ ਹਿੰਦੁਸਤਾਨ ਦਾ ਜਿਹੜੀ ਮੂਵਮੈਂਟ ਆ ਉਹ ਪੰਜਾਬ ਵੱਲ ਵੇਖ ਰਹੀ ਆ। ਪਹਿਲਾਂ ਇਹਨਾਂ ਨੇ ਮਾਲ ਗੱਡੀਆਂ ਰੋਕੀਆਂ, ਫਿਰ ਇਹਨਾਂ ਨੇ RDF ਵਾਲਾ ਜਿਹੜਾ ਫੰਡ ਰੋਕਿਆ, ਫਿਰ ਸੈਂਟਰ ਨੇ GST ਰੋਕਿਆ। ਚੌਥੇ ਦਿਨ ਆ ਕੇ ਜਿਹੜਾ ਕਾਨੂੰਨ ਲੈਣ ਦਾ ਸੈਂਟਰ ਸਰਕਾਰ ਦੇ ਦਬਾਅ ਥੱਲੇ ਆ ਕੇ ਉਹ ਜਿਹੜਾ ਪਾਇਆ ਗਿਆ। ਪਰ ਇਹ ਜਿਹੜਾ ਟਾਈਮਿੰਗ ਗਲਤ ਆ। ਇਦਾਂ ਸਾਡੀ ਜਿਹੜੀ ਕਿਸਾਨਾਂ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ। ਇਹਦਾ ਮਕਸਦ ਇਹੋ ਹੀ ਆ ਕਿ ਕਿਸਾਨ ਇਸ ਪਾਸੇ ਉਲਝ ਜਾਣ। ਕਿਸਾਨ ਜਾਗਰੂਕ ਹੋ ਚੁੱਕਾ ਆ, ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਹ ਦਿਨੋਂ ਦਿਨ ਤਿੱਖਾ ਹੁੰਦਾ ਜਾਊਗਾ। ਇਸ ਨਜ਼ਰੀ ਨਾਲ ਦੇਖਦੇ ਆ ਕਿ ਇਹ ਸੈਂਟਰ ਨੇ ਜਾਣ ਬੁੱਝ ਕੇ ਦਬਾਉਣ ਦੀ ਗੱਲ ਕੀਤੀ ਹੈ ਸਾਨੂੰ। ਇਹ ਹੱਲ ਕੋਈ ਹੋਰ ਹੈ ਨਹੀਂ, ਹੱਲ ਨਹੀਂ ਹੈ। ਜਿਸ ਤਰ੍ਹਾਂ ਅੱਗ ਲਗਾਉਣ ਦੀ ਗੱਲ ਕੀਤੀ ਜਾਵੇ, ਵਾਕਈ ਗੱਲ ਹੈ, ਕਿਉਂਕਿ ਜਿਹੜਾ ਪਰਿਵਾਰਾਂ ਦੀ ਗੱਲ ਕੀਤੀ ਜਾਵੇ, ਬੱਚੇ ਹੁੰਦੇ ਨੇ ਉਹ ਵੀ ਜਿਹੜਾ ਇਸ ਸੀਜ਼ਨ ਦੇ ਵਿੱਚ ਬਿਮਾਰ ਹੁੰਦੇ ਨੇ, ਹਸਪਤਾਲ ਭਰ ਜਾਂਦੇ ਨੇ। ਪ੍ਰਾਈਵੇਟ ਹਸਪਤਾਲਾਂ ਜਿਹੜੇ ਲੋਕ ਨੇ ਮਜਬੂਰਨ ਲਈ ਜਾਂਦੇ ਨੇ ਬੱਚਿਆਂ ਨੂੰ ਲੈ ਕੇ। ਕੋਈ ਹੋਰ ਹੱਲ ਹੋਊਗਾ ਕਿਸਾਨੀ ਲੈ ਕੇ? ਕੋਈ ਹੈਗਾ ਕੋਈ ਇਸ ਤਰ੍ਹਾਂ ਦਾ ਹੱਲ? ਬਿਲਕੁਲ ਹੱਲ ਹੈਗਾ ਜੀ। ਅਜੇ ਵੀ ਦੇਖੋ ਕਿਸਾਨ ਨੂੰ ਬਦਨਾਮ ਕੀਤਾ ਜਾ ਰਿਹਾ। ਅਜੇ ਵੀ ਕੁਝ ਸੰਸਥਾਵਾਂ ਪੰਜਾਬ ਦੇ ਵਿੱਚ ਵੀ ਹੈਗੀਆਂ ਨੇ। ਜੇ ਆਪਾਂ ਗੱਲ ਕਰ ਲਈਏ ਖੇਤੀ ਵਿਰਾਸਤ ਮਿਸ਼ਨ ਵਾਲੇ ਆ, ਭਗਤ ਪੂਰਨ ਸਿੰਘ ਵਾਲੇ ਆ, ਅਜੇ ਵੀ ਬੜੇ ਗਰੁੱਪ ਨੇ ਜਿਹੜੇ ਅੱਗ ਨਹੀਂ ਲਾ ਰਹੇ। ਅੱਗ ਇਹ ਨਹੀਂ ਵੀ ਸਾਰਾ ਕਿਸਾਨ ਅੱਗ ਲਾ ਰਿਹਾ। ਅਜੇ ਵੀ 40% ਲੋਕ ਇਹੋ ਜਿਹੇ ਜਿਹੜੇ ਬਿਨਾਂ ਅੱਗ ਲਾਏ ਖੇਤੀ ਕਰ ਰਹੇ ਆ। ਸਿਰਫ ਕਿਸਾਨ ਨੂੰ ਹੀ ਟਾਰਗੇਟ ਕੀਤਾ ਜਾਂਦਾ ਆ। ਦਿੱਲੀ ਦੇ ਵਿੱਚ ਜੇ ਆਪਾਂ ਦਿੱਲੀ ਦੀ ਗੱਲ ਕਰ ਲਈਏ ਤੇ 52,000 ਇੰਡਸਟਰੀ ਹੈ ਜੀ ਦਿੱਲੀ ਦੇ ਵਿੱਚ। ਉਹਦੇ ਵਿੱਚ 4400 ਜਿਹੜੀ ਇੰਡਸਟਰੀ ਹੈ ਇਹੋ ਜਿਹੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਪਾਸ ਹੋਈ ਹੋਈ ਆ, ਜਿਹਦੇ ਉੱਤੇ ਰੋਜ਼ ਨੋਟਿਸ ਜਾਂਦੇ ਆ ਕਿ ਇਹ ਬੰਦ ਹੋਣੀਆਂ ਚਾਹੀਦੀਆਂ। ਕਿਉਂ? ਉਸ ਇਲਾਕੇ 'ਚ ਨੇ ਜਿੱਥੇ ਕਿ ਆਬਾਦੀ ਵਾਲੇ ਇਲਾਕੇ ਦੇ ਵਿੱਚ ਗੈਰ ਕਾਨੂੰਨੀ ਬਣੀਆਂ ਹੋਈਆਂ ਨੇ, ਪਰ ਉਹ ਆਪਣੇ ਪੈਸੇ ਦੇ ਜ਼ੋਰ ਦੇ ਉੱਤੇ ਐਕਸਟੈਂਸ਼ਨ ਫੇਰ ਲਈ ਜਾਂਦੇ ਆ। ਹੁਣ ਵੀ ਮੈਨੂੰ ਸੋਰਸਾਂ ਤੋਂ ਪਤਾ ਲੱਗਾ 31 ਦਸੰਬਰ ਤੱਕ ਉਹਦੀ ਡੇਟ ਆ। ਦੇਖੋ, ਜਦੋਂ ਦਿੱਲੀ ਸਰਕਾਰ ਖੁਦ ਅਵੇਅਰ ਨਹੀਂ ਹੈਗੀ, ਉੱਥੇ ਇੰਨੀ ਪ੍ਰਦੂਸ਼ਣ ਆ, ਉੱਥੇ 2-3 ਡੰਪ ਨੇ, ਹਨਾ, ਉਹਨਾਂ ਦੇ ਲੈਂਡਸਲਾਈਡ ਹੋ ਜਾਂਦੀ ਆ, ਉਹਨਾਂ ਦਾ ਕੋਈ ਆਪਣਾ ਬਦਲ ਨਹੀਂ ਮਿਲ ਰਿਹਾ ਉਹਨਾਂ ਨੂੰ। ਉੱਥੇ ਉਹਨਾਂ ਨੂੰ ਜਿਹੜੀ ਟਰਾਂਸਪੋਰਟ ਵਧਾਉਣ ਦੀ ਲੋੜ ਆ, ਉੱਥੇ ਬਹੁਤ ਕਮੀਆਂ ਨੇ ਜਿਹੜੀਆਂ ਦਿੱਲੀ ਸਰਕਾਰ ਦੀਆਂ ਨੇ। ਲੇਕਿਨ ਉਹ ਜਿਹੜਾ ਜੋ ਕੁਛ ਜਿਹਨੂੰ ਵੀ ਮੌਕਾ ਮਿਲਦਾ ਘੁੰਮ ਘੁਮਾ ਕੇ ਕਿਸਾਨ ਦੁਆਲੇ ਹੋ ਜਾਂਦਾ। ਕਿਸਾਨ ਦੀ ਜਿਹੜੀ ਹਾਲਾਤ ਅਸੀਂ ਤੇ ਚੈਲੰਜ ਕਰਦੇ ਆ। ਖੇਤੀਬਾੜੀ ਜਿਹੜੇ ਸਾਡੇ ਪੰਜਾਬ ਦੇ ਮੰਤਰੀ, ਜਿੰਨਾ ਪ੍ਰਸ਼ਾਸਨ, ਦਿੱਲੀ ਦਾ ਜਿਹੜਾ ਤੁਮਰ ਖੇਤੀਬਾੜੀ ਮੰਤਰੀ, ਉਹਨਾਂ ਨੂੰ ਵੀ ਅਸੀਂ ਚੈਲੰਜ ਕਰਦੇ ਆ ਕਿ ਸਾਡੇ ਨਾਲ ਬਹਿ ਜਾਣ, ਬਹਿਸ ਕਰ ਲੈਣ। ਜੋ ਵਾਜਬ ਹੋਊਗਾ ਅਸੀਂ ਕਰਨ ਨੂੰ ਤਿਆਰ ਆ, ਪਰ ਸਾਡੇ ਤੋਂ ਥੋਪਿਆ ਨਾ ਜਾਵੇ। ਦੇਖੋ, ਹੁਣ ਇਹਨਾਂ ਨੇ 18 ਬੰਦੇ ਜਿਹੜੇ ਆ ਕਮਿਸ਼ਨ ਬਣਾਤਾ 18 ਮੈਂਬਰੀ ਦਾ, ਇੱਕ ਉਹਦਾ ਚੇਅਰਮੈਨ ਲਾਉਣਗੇ। ਇਹਨਾਂ ਦਾ ਫਰਜ਼ ਇਹ ਬਣਦਾ ਹੈ ਕਿ ਤੁਸੀਂ ਗਰਾਊਂਡ ਲੈਵਲ ਤੇ ਸਾਡੇ ਕਿਸੇ ਜਿਹੜੇ ਪੰਜਾਬ ਪੱਧਰ ਦੇ ਲੀਡਰ ਹੈ, ਕਿਸਾਨ ਜਥੇਬੰਦੀਆਂ ਨੇ, ਉਹਨਾਂ ਨਾਲ ਕੋਈ ਗੱਲਬਾਤ ਕੀਤੀ ਜਾਵੇ। ਹਰ ਵਾਰ ਦੀ ਤਰ੍ਹਾਂ ਕਮਿਸ਼ਨ ਬਣਦੇ ਆ, IAS ਅਫਸਰ ਉੱਥੇ AC ਕਮਰੇ 'ਚ ਬਹਿ ਕੇ ਕਮਿਸ਼ਨ ਬਣਾ ਲੈਂਦੇ ਆ, ਤੇ ਰਿਜ਼ਲਟ ਕੀ ਆਉਂਦਾ ਆ? ਗਰਾਊਂਡ ਲੈਵਲ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕੀ ਫਸਲ ਹੈ ਜਿਹਨਾਂ ਨੂੰ ਗਰਾਊਂਡ ਲੈਵਲ ਤੇ ਆ ਕੇ ਵੇਖਿਆ ਜਾਵੇ। ਇਸ ਕਰਕੇ ਇਹ ਨਿੰਦਣਯੋਗ ਆ। ਅਸੀਂ ਇਹ ਪਰਵਾਹ ਨਹੀਂ ਕਰਾਂਗੇ। ਸਾਨੂੰ ਲੱਗਦਾ ਕਿ ਇਹ ਜਿਹੜਾ ਕਿਸਾਨੀ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਇਹ ਕਦੀ ਵੀ ਨਹੀਂ ਦਬੂਗਾ। ਦਿਨੋਂ ਦਿਨ ਦੇਖੋ ਇਹ ਹੋਰ ਤੇਜ਼ ਹੋਊਗਾ। 26-27 ਨੂੰ ਅਸੀਂ ਸਾਰੇ ਹਿੰਦੁਸਤਾਨ ਦਾ ਜਿਹੜਾ ਕਿਸਾਨ ਦਿੱਲੀ ਪਹੁੰਚ ਰਿਹਾ, ਤੇ 5 ਨਵੰਬਰ ਨੂੰ ਜਿਹੜਾ ਵਾ ਭਾਰਤ ਬੰਦ ਦਾ ਸੱਦਾ ਦਿੱਤਾ। ਤੁਸੀਂ ਦੇਖਿਓ, ਮੋਦੀ ਸਰਕਾਰ ਦੇ ਜੜ੍ਹਾਂ ਹਿਲਾ ਦਾਂਗੇ ਅਸੀਂ। ਕੀ ਲੱਗਦਾ ਤੁਹਾਨੂੰ, ਜਿਸ ਤਰ੍ਹਾਂ ਲਗਾਤਾਰ ਜਿਹੜਾ ਕਿਸਾਨੀ ਦੇ ਉੱਪਰ ਜਿਹੜੀ ਸਿਆਸਤ ਕੀਤੀ ਜਾ ਰਹੀ ਹੈ, ਸੂਬਾ ਸਰਕਾਰ ਦੀ ਗੱਲ ਕੀਤੀ ਜਾਵੇ, ਸੂਬਾ ਸਰਕਾਰ ਕੋਲੋਂ ਕੀ ਅਜਿਹਾ ਹੱਲ ਨਹੀਂ ਹੈਗਾ ਕਿਸਾਨੀ ਨੂੰ ਲੈ ਕੇ ਜਿਹੜਾ ਕੋਈ ਮੁੱਦਾ ਦਾ ਹੱਲ ਕਰ ਸਕੇ? ਕਿਉਂਕਿ ਲਗਾਤਾਰ ਹਰ ਵਾਰ ਸਰਕਾਰਾਂ ਕਹਿੰਦੀਆਂ ਨੇ ਵੀ ਹਾਂ ਵੀ ਜਿਹੜਾ ਕਿਸਾਨ ਅੱਗ ਲਗਾਉਂਦਾ ਤਾਂ ਦਿੱਲੀ ਧੂੰਆਂ ਜਾਂਦਾ, ਫਿਰ ਬਿਮਾਰੀਆਂ ਪੈਦਾ ਹੁੰਦੀਆਂ ਨੇ, ਫਿਰ ਬੱਚੇ ਬਿਮਾਰ ਹੁੰਦੇ ਨੇ, ਫਿਰ ਡਾਕਟਰਾਂ ਦਾ ਘਰ ਭਰਿਆ ਜਾਂਦਾ, ਡਾਕਟਰਾਂ ਨੂੰ ਪੈਸੇ ਦਿੱਤੇ ਜਾਂਦੇ ਨੇ। ਕਿ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਇਸ ਨੂੰ ਹੱਲ ਕੱਢਿਆ ਜਾ ਸਕੇ? ਦੇਖੋ ਜੀ, ਸਰਕਾਰਾਂ ਚੁਣੀਆਂ ਹੀ ਜ਼ਿੰਮੇਵਾਰੀ ਤੇ ਜਾਂਦੀਆਂ ਨੇ, ਪਰ ਬੜੇ ਦੁੱਖ ਦੀ ਗੱਲ ਆ ਕਿ 70 ਸਾਲ ਤੋਂ ਇਹਨਾਂ ਨੇ ਪੋਲੀਟੀਕਲ ਪਾਰਟੀਆਂ ਨੇ ਸਾਰੀਆਂ ਨੇ ਸਾਰੇ ਕਿਸਾਨਾਂ ਦਾ ਨਹੀਂ, ਆਮ ਵਰਗ ਦਾ ਜੀਣਾ ਮੁਹਤਾਜ ਕੀਤਾ ਹੋਇਆ ਆ। ਗੱਲ ਕਰ ਲਈ ਹੈਲਥ ਦੀ, ਕੋਈ ਬੰਦਾ ਆਮ ਬੰਦਾ ਹੈਲਥ ਦਾ ਇਲਾਜ ਨਹੀਂ ਕਰਾ ਸਕਦਾ, ਕੋਈ ਆਪਣੇ ਬੱਚੇ ਨਹੀਂ ਪੜ੍ਹਾ ਸਕਦਾ। ਦੱਸੋ, ਕੋਈ ਬੰਦਾ ਆਪਣਾ ਕਾਰੋਬਾਰ ਨਹੀਂ ਚਲਾ ਸਕਦਾ। ਪ੍ਰਫੁੱਲਤ ਕਿਹੜੀਆਂ ਪਾਰਟੀਆਂ ਹੋਈਆਂ? ਜੇ ਕਾਰੋਬਾਰ ਵਧੇ ਤਾਂ ਕਿੰਨਾ ਦੇ ਵਧੇ? ਲੀਡਰਾਂ ਦੇ ਵਧੇ ਨਾ। ਆਪਣੀ ਜਦੋਂ ਇਹਨਾਂ ਦੀ ਪੈਨਸ਼ਨ ਦੀ ਗੱਲ ਆਉਂਦੀ ਆ, ਸਾਰੇ ਮੁੱਦੇ ਭੁਲਾ ਕੇ ਸਾਰੇ ਇੱਕ ਦੂਜੇ ਦੇ ਨਾਅਰੇਬਾਜ਼ੀ ਤੇ ਸਾਨੂੰ ਵਿਖਾਵਾ ਕਰਕੇ ਜਦੋਂ ਆਪਣੇ ਹਿੱਤਾਂ ਦੇ ਵਾਸਤੇ ਆਪਣੇ TAD ਵੀ ਬਹਿ ਕੇ ਆਰਾਮ ਨਾਲ ਪਾਸ ਕਰ ਲੈਂਦੇ। ਇੱਥੇ ਆਮ ਬੰਦਾ ਸਧਾਰਨ 500 ਦੀ ਪੈਨਸ਼ਨ ਵਾਸਤੇ ਵੀ ਲੈਣ 'ਚ ਲੱਗਾ ਰਹਿੰਦਾ ਆ। ਜੇ ਗੌਰਮੈਂਟਾਂ ਸੰਜੀਦਾ ਹੋਣ ਤੇ ਹੱਲ ਹੋ ਸਕਦਾ, ਪਰ ਸੰਜੀਦਾ ਨਹੀਂ ਗੇ। ਪਰ ਗੱਲ ਦੋਸ਼ ਉਹਨਾਂ ਦਾ ਵੀ ਨਹੀਂ, ਸਾਡੇ ਲੋਕਾਂ ਦਾ ਵੀ ਦੋਸ਼ ਸੀ ਹੁਣ ਤੱਕ। ਹੁਣ ਜਦੋਂ ਲੋਕ ਉੱਠੇ ਆ ਤੇ ਹੁਣ ਦੇਖੋ ਦੋਵੇਂ ਤਰ੍ਹਾਂ ਨੇ ਅਸਤੀਫੇ ਦਿੱਤੇ।
ਉਹਨਾਂ ਨੇ ਨਾਤਾ ਤੋੜਿਆ ਬੀਜੇਪੀ ਵਾਲਿਆਂ ਨੂੰ, ਹਰਸਿਮਰਤ ਹੋਣਾ ਨੇ, ਇਹਨਾਂ ਨੇ ਮਤਾ ਪਾਇਆ ਕਿਸਾਨੀ ਸੰਘਰਸ਼ ਦੇ ਅੱਗੇ, ਲੋਕਾਂ ਦੇ ਰੋਹ ਅੱਗੇ। ਇਸ ਕਰਕੇ ਹੁਣ ਲੋਕ ਉੱਠੇ ਆ, ਇਹੋ ਪਹਿਲਾਂ ਉੱਠ ਜਾਣਾ ਚਾਹੀਦਾ ਸੀ। ਚਲੋ ਇਹ ਕਾਲੇ ਕਾਨੂੰਨ ਆਏ, ਅਸੀਂ ਇਹਨਾਂ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਕਿ ਸਾਨੂੰ ਇਹਨਾਂ ਨੇ ਇੱਕ ਪਲੇਟਫਾਰਮ ਦੇ ਦਿੱਤਾ। ਜੇ ਨਾ ਦਿੰਦੇ ਤਾਂ ਸ਼ਾਇਦ ਅਸੀਂ ਅਜੇ ਵੀ ਆਪੋ ਆਪਣੇ ਜਿੰਨੀਆਂ ਜਥੇਬੰਦੀਆਂ ਡਫਲੀਆਂ ਵਜਾਈ ਜਾਂਦੀਆਂ ਤੇ ਅਸੀਂ ਲਤਾੜੇ ਜਾਂਦੇ ਹੋਰ, ਪਰ ਜੋ ਹੁੰਦਾ ਚੰਗਾ ਹੀ ਹੁੰਦਾ। ਇਸ ਕਰਕੇ ਅਸੀਂ ਸਿਰ ਮੱਥੇ ਕਬੂਲ ਕਰਦੇ ਹਾਂ। ਹੁਣ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਊਗੀ। ਕੱਲਾ ਪੰਜਾਬ ਜਿਹੜਾ ਲੀਡ ਕਰਦਾ, ਪੰਜਾਬ ਹਮੇਸ਼ਾ ਲੀਡ ਕਰਦਾ ਰਿਹਾ। ਸਾਰੇ ਹਿੰਦੁਸਤਾਨ ਦਾ ਕਿਸਾਨ ਪੰਜਾਬ ਦੇ ਨਾਲ ਆ। ਤੁਸੀਂ ਦੇਖਿਆ 26-27 ਨੂੰ ਜਿਹੜੀ ਦਿੱਲੀ ਆ, ਉਹ ਤੁਸੀਂ ਦੇਖਿਓ ਰੈਲੀ ਕਿੱਦਾਂ ਦੀ ਹੁੰਦੀ ਉੱਥੇ। ਤੁਹਾਨੂੰ ਲੱਗਦਾ ਨਹੀਂ ਜਿਹੜਾ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ, ਕਿਸਾਨ ਨੂੰ ਜਿਹੜਾ ਇੱਕ ਟਾਰਗੇਟ ਬਣਾਇਆ ਜਾ ਰਿਹਾ ਹੈ ਕਿ ਲਗਾਤਾਰ ਜਿਹੜਾ ਅਕਾਲੀ ਦਲ ਦੀ ਗੱਲ ਕੀਤੀ ਆ ਉਹ ਆਪਣਾ ਕ੍ਰੈਡਿਟ ਲੈਣ ਨੂੰ ਫਿਰਦਾ ਹੈ, ਆਮ ਆਦਮੀ ਪਾਰਟੀ ਆਪਣਾ ਕ੍ਰੈਡਿਟ ਲੈਣ ਨੂੰ ਫਿਰਦੀ ਹੈ, ਕਾਂਗਰਸ ਵਾਲੇ ਆਪਣਾ ਕ੍ਰੈਡਿਟ ਲੈਣ ਨੂੰ ਫਿਰਦੇ ਨੇ, ਪਰ ਹੱਲ ਜਿਹੜਾ ਕਿਸਾਨ ਦਾ ਅਜੇ ਤੱਕ ਨਹੀਂ ਹੋਇਆ। ਕਿਸਾਨ ਜਿਹੜੇ ਸੜਕਾਂ ਤੇ ਰੁਲ ਰਹੇ ਨੇ, ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਕਿ ਤੁਹਾਨੂੰ ਲੱਗਦਾ ਹੈ ਵੀ ਇਸ ਤਰ੍ਹਾਂ ਹੱਲ ਹੋਊਗਾ ਕਿਸਾਨੀ ਦਾ? ਨਹੀਂ, ਉਹਨਾਂ ਵਾਸਤੇ ਮਾੜੀ ਗੱਲ ਆ ਜੀ। ਦੇਖੋ ਅੱਜ ਸਮਾਂ ਨਹੀਂ ਸੀਗਾ, ਅਸੀਂ 70 ਸਾਲ ਤੋਂ ਉਹਨਾਂ ਨੂੰ ਬਣਾਉਂਦੇ ਆ ਰਹੇ ਹਾਂ। ਅੱਜ ਤਾਂ ਉਹਨਾਂ ਨੂੰ ਇੱਕ ਕਿਸਾਨ ਹੋਣ ਦੇ ਨਾਤੇ ਖੜਨਾ ਚਾਹੀਦਾ ਸੀ, ਪਰ ਅਜੇ ਵੀ ਅਸੀਂ ਉਹਨਾਂ ਦੀ ਉਹ ਕਰੀ ਜਾਣ ਜੋ ਮਰਜ਼ੀ ਕਰੀ ਜਾਣ, ਪਰ ਹੁਣ ਉਹਨਾਂ ਤੇ ਕੋਈ ਵੀ ਕਿਸਾਨ ਮਜ਼ਦੂਰ ਆਮ ਬੰਦਾ ਉਹਨਾਂ ਦੇ ਝਾਂਸੇ 'ਚ ਨਹੀਂ ਆਊਗਾ। ਲੋਕਾਂ ਦਾ ਉਹਨਾਂ ਤੋਂ ਵਿਸ਼ਵਾਸ ਉੱਠ ਚੁੱਕਾ ਹੈ ਜੀ। ਬਾਈ ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ, ਨੌਜਵਾਨਾਂ ਨਾਲ ਗੱਲਬਾਤ ਕਰਦੇ ਆ। ਬਾਈ ਜੀ ਕੀ ਸਮਝਦੇ ਹੋ ਨੌਜਵਾਨਾਂ ਦਾ ਜਿਹੜਾ ਕਿਸਾਨੀ ਦੇ ਵਿੱਚ ਹੁਣ ਜਿਹੜਾ ਅਹਿਮ ਰੋਲ ਦੇਖਿਆ ਜਾ ਰਿਹਾ, ਕਿਉਂਕਿ ਧਰਨਾ ਪ੍ਰਦਰਸ਼ਨ ਚੱਲ ਰਹੇ ਨੇ, ਨੌਜਵਾਨ ਵੱਧ ਚੜ ਕੇ ਜਿਹੜੇ ਸ਼ਮੂਲੀਅਤ ਕਰ ਰਹੇ ਨੇ, ਕੀ ਸਮਝਦੇ ਹੋ ਕਿ ਉਹ ਨੌਜਵਾਨਾਂ ਨੂੰ ਕਿੱਦਾਂ ਦਾ ਰੁਖ ਅਪਣਾਉਣਾ ਪਊਗਾ? ਕਿਉਂਕਿ ਪਰਾਲੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਸਿਆਸਤ ਕੀਤੀ ਜਾ ਰਹੀ ਹੈ। ਹਰ ਵਾਰ ਜਿਹੜਾ ਪਰਾਲੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਮੁੱਦਾ ਛਿੜਦਾ ਹੈ, ਪਰ ਜਿਹੜਾ ਫਿਰ ਉਸੇ ਤਰ੍ਹਾਂ ਜਿਹੜਾ ਪਰਚੇ ਕੀਤੇ ਜਾਂਦੇ ਨੇ, ਫਿਰ ਜਿਹੜਾ ਉਹਨਾਂ ਨੂੰ ਜਿਹੜਾ ਕਿਹਾ ਜਾਂਦਾ ਵੀ ਕਿਸਾਨਾਂ ਤੇ ਪਰਚੇ ਕਰਾਂਗੇ, ਉਹਨਾਂ ਤੇ ਜੁਰਮਾਨਾ ਕਰਾਂਗੇ, ਉਹਨਾਂ ਨੂੰ ਜੇਲ੍ਹਾਂ 'ਚ ਡੱਕਾਂਗੇ। ਕਿ ਤੁਹਾਨੂੰ ਲੱਗਦਾ ਹਰ ਵਾਰ ਹੀ ਇਹ ਮੁੱਦਾ ਛਿੜਦਾ ਪਰ ਹੱਲ ਕੋਈ ਹੁੰਦਾ ਨਹੀਂ? ਹਰ ਵਾਰੀ ਇਹ ਹੁੰਦਾ ਜੀ ਜ਼ਰੂਰ, ਬਿਲਕੁਲ। ਪਹਿਲਾਂ ਸਾਡੇ ਬਜ਼ੁਰਗ ਧਰਨਿਆਂ ਤੇ ਬੈਠੇ ਰਹਿੰਦੇ ਸੀ, ਹੁਣ ਸਾਨੂੰ ਹੀ ਇਹ ਚੀਜ਼ ਦਾ ਜਿਹੜੇ ਕਾਲੇ ਕਾਨੂੰਨ ਆਏ ਨੇ ਤੇ ਇਹਦੇ ਕਰਕੇ ਸਾਨੂੰ ਹੀ ਪਤਾ ਲੱਗਾ ਇਹਨਾਂ ਦਾ ਹੌਲੀ ਹੌਲੀ। ਹੁਣ ਅਸੀਂ ਅੱਗਾਂ ਵੀ ਲਾਵਾਂਗੇ, ਸਾਰਾ ਕੁਝ ਕਰਾਂਗੇ, ਡੱਕਦੇ ਨੇ ਜੇਲ੍ਹਾਂ 'ਚ ਡੱਕਣਾ ਹੀ, ਕੋਈ ਦਿੱਕਤ ਨਹੀਂ ਹੈਗੀ। ਜਿਹੜਾ ਮੋਦੀ ਸਾਹਿਬ ਵੱਲੋਂ ਜਿਹੜਾ ਕਾਨੂੰਨ ਕੀਤਾ ਗਿਆ ਹੈ ਕਿ ਹਾਂ ਵੀ ਜਿਹੜਾ ਜੇਕਰ ਅੱਗ ਲਗਾਊਗਾ ਉਹਨਾਂ ਤੇ ਜਿਹੜਾ ਕਰੋੜ ਰੁਪਏ ਜੁਰਮਾਨਾ ਵੀ ਕੀਤਾ ਜਾਊਗਾ, ਹੋ ਸਕਦਾ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ, ਹੋ ਸਕਦਾ ਤੁਹਾਡੀ ਜ਼ਮੀਨ ਵੀ ਜ਼ਬਤ ਕੀਤੀ ਜਾਵੇ, ਜੋ ਕਾਨੂੰਨ ਦੇ ਹਿਸਾਬ ਨਾਲ ਉਹ ਕਹਿ ਰਹੇ ਨੇ। ਕਿ ਤੁਸੀਂ ਸਮਝਦੇ ਹੋ ਵੀ ਇਸ ਤਰ੍ਹਾਂ ਦਾ ਤੁਹਾਡੇ ਕੋਲ ਕੋਈ ਇੰਨੀ ਜ਼ਮੀਨ ਹੈਗੀ ਆ ਵੀ ਤੁਸੀਂ ਕਰੋੜ ਰੁਪਏ ਦੇਣ ਨੂੰ ਜਿਹੜਾ ਤਿਆਰ ਹੋ ਜਾਓਗੇ? ਵੇਖੋ 1 ਕਰੋੜ ਰੁਪਈਆ ਕਹਿਣ ਨੂੰ ਤੇ ਉਹਨਾਂ ਨੇ ਕਹਿਤਾ, ਪਰ ਸਾਨੂੰ ਹੱਲ ਕਰਕੇ ਦੇਣ ਕੋਈ, ਜਾਂ ਤੇ ਸਾਨੂੰ ਕੋਈ ਮਤਲਬ ਕਿ ਇਹਦੇ ਤੇ ਬੋਨਸ ਦੇਣ, ਜਾਂ ਕੋਈ ਸੀਡਰ ਸਾਨੂੰ ਕੋਈ ਸਹੂਲਤ ਤਾਂ ਦੇਣ ਨਾ। ਹੁਣ ਇਸ ਤਰ੍ਹਾਂ ਅਸੀਂ ਅੱਗੇ ਕਣਕ ਕਿਵੇਂ ਬੀਜਾਂਗੇ? ਉਹ ਗੱਲ ਹੈ ਵੀ ਕਰੋੜ ਰੁਪਈਆ ਤੇ ਕੋਈ ਨਹੀਂ ਦੇਣਾ ਤੇ ਜੇਲ੍ਹ 'ਚ ਡੱਕਣਾ ਹੀ ਡੱਕ ਦੇਣਾ। ਸੋ ਬਿਲਕੁਲ ਜਿਸ ਤਰ੍ਹਾਂ ਕਿਸਾਨਾਂ ਨੇ ਕਿਹਾ ਕਿ ਜੋ ਮੋਦੀ ਸਰਕਾਰ ਦਾ ਹੁਕਮ ਆਇਆ ਹੈ ਕਿ ਮੋਦੀ ਵੱਲੋਂ ਜਿਹੜਾ ਫਰਮਾਨ ਜਾਰੀ ਹੋਇਆ ਉਸ ਨੂੰ ਅਸੀਂ ਕਿਸੇ ਕਿਸਮ ਦਾ ਜਿਹੜਾ ਕਬੂਲ ਨਹੀਂ ਕਰਾਂਗੇ, ਕਿਉਂਕਿ ਕਿਸਾਨਾਂ ਦੀ ਮਜਬੂਰੀ ਆ ਅੱਗ ਲਗਾਉਣਾ, ਕਿਉਂਕਿ ਕਿਸਾਨ ਵੱਲੋਂ ਜਿਹੜਾ ਕਿਸੇ ਤਰ੍ਹਾਂ ਦਾ ਸੰਦ ਜਿਹੜਾ ਮੁਹੱਈਆ ਨਹੀਂ ਕਰਵਾਏ ਜਾਂਦੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੇ ਨਾਲ ਨਿਊਜ਼ ਡੈਸਕ ਤੋਂ ਮਨਦੀਪ ਕੌਰ ਦੀ ਰਿਪੋਰਟ।